ਵਾਹਿਗੁਰੂ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਆਸਾ ਸ੍ਰੀ ਕਬੀਰ ਜੀਓ, ਇਕ ਓੰਕਾਰ ਸਤਿਗੁਰ ਪ੍ਰਸਾਦਿ। ਬਿੰਦ ਤੇ ਜਿਨ ਪਿੰਡ ਕੀਆ, ਅਗਨ ਕੁੰਡ ਰਹਾਇਆ। 10 ਮਾਸ ਮਾਤਾ ਉਦਰ ਰੱਖਿਆ, ਬਹੁਰ ਲਾਗੀ ਮਾਇਆ। ਪ੍ਰਾਨੀ ਕਾਹੇ ਕੋ ਲੋਭ ਲਾਗੇ, ਰਤਨ ਜਨਮ ਖੋਇਆ। ਪੂਰਬ ਜਨਮ ਕਰਮ ਭੂਮ, ਬੀਜ ਨਾਹੀ ਬੋਇਆ। ਰਹਾਉ ਬਾਰਕ ਤੇ ਬਿਰਧ ਪਿਆ, ਹੋਣਾ ਸੋ ਹੋਇਆ। ਜਾਂ ਜਮ ਆਏ ਝੋਟ ਪਕੜੈ, ਤਬੈ ਕਾਹੇ ਰੋਇਆ। ਜੀਵਨੈ ਕੀ ਆਸ ਕਰੈ, ਜਮ ਨਿਹਾਰੈ ਸਾਸਾ। ਬਾਜੀ ਕਰੀ ਸੰਸਾਰ ਕਬੀਰਾ, ਚੇਤ ਢਾਲ ਪਾਸਾ। ਜੀਵਨੈ ਕੀ ਆਸ ਕਰੈ, ਜਮ ਨਿਹਾਰੈ ਸਾਸਾ। ਬਾਜੀ ਕਰੀ ਸੰਸਾਰ ਕਬੀਰਾ, ਚੇਤ ਢਾਲ ਪਾਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਅੱਜ ਜੋ ਸ਼ਬਦ ਵਿਚਾਰ ਆਈ ਹੈ ਸਾਡੇ ਸਾਹਮਣੇ, ਇਸ ਦਾ ਵਿਚਾਰ ਆਪਾਂ ਸਾਂਝਾ ਕਰਦੇ ਹਾਂ ਮਿਲ ਬੈਠ ਕੇ। ਤੋ ਕਬੀਰ ਜੀ ਦੱਸ ਰਹੇ ਹਨ ਸਾਡੇ ਜੀਵਨ ਦੀ ਹਾਲਤ ਬਾਰੇ ਕਿ ਬਿੰਦ ਤੇ ਜਿਨ ਪਿੰਡ ਕੀਆ, ਅਗਨ ਕੁੰਡ ਰਹਾਇਆ। ਕਬੀਰ ਜੀ ਕਹਿੰਦੇ ਹਨ ਕਿ ਜਿਸ ਪ੍ਰਭੂ ਨੇ ਇੱਕ ਬੂੰਦ ਤੋਂ ਤੇਰਾ ਸਰੀਰ ਬਣਾ ਦਿੱਤਾ, ਬਿੰਦ ਇੱਕ ਬੂੰਦ, ਜਿਸ ਪ੍ਰਭੂ ਨੇ ਪਿੰਡ ਮੈਂ ਨਾ ਸਰੀਰ ਬਣਾ ਦਿੱਤਾ। ਸੋਹਣੇ ਘਾੜਤ ਵਾਲਾ, ਕਿੰਨਾ ਸੋਹਣਾ ਜਿਸ ਪ੍ਰਭੂ ਨੇ ਸਰੀਰ ਬਣਾ ਦਿੱਤਾ, ਇੱਕ ਬੂੰਦ ਦੀ, ਪਾਣੀ ਦੀ ਬੂੰਦ ਦੀ। ਅਗਨ ਕੁੰਡ ਰਹਾਇਆ, ਤੇ ਮਾਂ ਦੇ ਪੇਟ ਦੀ ਅੱਗ ਦੇ ਕੁੰਡ ਵਿੱਚ, ਜਦੋਂ ਤੂੰ ਮਾਂ ਦੇ ਪੇਟ ਦੇ ਵਿੱਚ ਸੈਂ, ਉਸ ਅਗਨੀ ਦੇ ਕੁੰਡ ਵਿੱਚੋਂ ਤੈਨੂੰ ਬਚਾਈ ਰੱਖਿਆ ਜਿਸ ਪਰਮਾਤਮਾ ਨੇ। ਬਿੰਦ ਤੇ ਜਿਨ ਪਿੰਡ ਕੀਆ, ਅਗਨ ਕੁੰਡ ਰਹਾਇਆ। ਅਗਨੀ ਕੁੰਡ ਵਿੱਚ ਰਹਾਇਆ ਮਤਲਬ ਰੱਖਿਆ। 10 ਮਾਸ ਮਾਤਾ ਉਦਰ ਰਾਖਿਆ, ਬਹੁਰ ਲਾਗੀ ਮਾਇਆ। ਹੁਣ ਕਬੀਰ ਜੀ ਕਹਿੰਦੇ ਨੇ 10 ਮਹੀਨੇ ਦੇ ਪੇਟ ਵਿੱਚ ਤੇਰੀ ਰਾਖੀ ਕੀਤੀ ਜਿਸ ਪਰਮਾਤਮਾ ਨੇ। ਮਾਂ ਦੇ ਪੇਟ 'ਚ 9.5 10 ਮਹੀਨੇ ਤੋਂ
ਉਹ ਅਗਨੀ ਕੁੰਡ 'ਚ ਪਿਆ ਰਿਹਾ, ਪਲਦਾ ਰਿਹਾ। ਉੱਥੇ ਰਾਖੀ ਪਰਮਾਤਮਾ ਨੇ ਕੀਤੀ। ਜਿਸ ਪਰਮਾਤਮਾ ਨੇ ਕੀਤੀ ਤੇ ਉਸ ਨੂੰ ਵਿਸਾਰਨ ਕਰਕੇ ਜਗਤ ਵਿੱਚ ਜਨਮ ਲੈਣ ਤੇ ਬਹੁਰ, ਜਦੋਂ ਫਿਰ ਤੂੰ ਜਨਮ ਲੈਣ ਤੋਂ ਬਾਅਦ ਫਿਰ ਲਾਗੀ ਮਾਇਆ, ਤੇ ਤੈਨੂੰ ਮਾਇਆ ਨੇ ਆ ਕੇ ਘੇਰਾ ਪਾ ਲਿਆ, ਦਬਾ ਲਿਆ। ਇੱਕ ਬੂੰਦ ਤੋਂ ਸਰੀਰ ਬਣਾਇਆ ਪਰਮਾਤਮਾ ਨੇ, ਮਾਂ ਦੇ ਪੇਟ ਵਿੱਚ ਰੱਖਿਆ। 10 ਮਹੀਨਾ ਬਾਅਦ ਬਾਹਰ ਤੂੰ ਪੈਦਾ ਹੋਇਆ ਤੇ ਤੈਨੂੰ ਮਾਇਆ ਨੇ ਆ ਕੇ ਘੇਰਾ ਪਾ ਲਿਆ। ਫਿਰ ਪ੍ਰਾਣੀ ਕਾਹੇ ਕੋ ਲੋਭ ਲਾਗੇ, ਰਤਨ में जन्म खोया। हे प्राणा वाले जीव, ਕਾਹੇ ਕੋ ਲੋਭ ਲਾਗੇ, ਤੂੰ ਇੰਨਾ ਉਪਕਾਰ ਉਸ ਪਰਮਾਤਮਾ ਦਾ ਭੁਲਾ ਕੇ ਤੂੰ ਲੋਭ 'ਚ ਲੱਗ ਗਿਆ। ਕਾਹੇ ਕੋ ਲੋਭ ਲਾਗੇ, ਕਿਸ ਵਾਸਤੇ? ਕਾਹੇ ਕੋ, हे ਬੰਦੇ ਕਿਉਂ ਲੋਭ ਵਿੱਚ ਫਸ ਰਿਹਾ ਹੈ? ਤੇਰਾ ਹੀਰਾ ਜਨਮ, ਰਤਨ ਜਨਮ, ਭਾਵ ਕੀਮਤੀ ਸਮਾਂ ਮਨੁੱਖਾ ਜਨਮ ਦਾ ਮਿਲਿਆ ਹੋਇਆ, ਤੈਨੂੰ ਉਹ ਖੋਇਆ। ਖੋਇਆ ਮਤਲਬ ਗਵਾ ਰਿਹਾ। ਤੂੰ ਪਰਮਾਤਮਾ ਨੂੰ ਯਾਦ ਨਹੀਂ ਕਰ ਰਿਹਾ। ਪੂਰਬ ਜਨਮ ਕਰਮ ਭੂਮ, ਬੀਜ ਨਹੀਂ ਬੋਇਆ। ਹੁਣ ਤੁਸੀਂ ਪੁੱਛੋਗੇ ਪੂਰਬ ਜਨਮ ਕੀ ਹੈ? ਪੂਰਬ ਜੋ ਹੁਣ ਆਪਾਂ ਜਿਹੜੇ ਸ਼ਬਦ ਬੋਲੇ ਨੇ, 1 ਮਿੰਟ 2 ਮਿੰਟ ਅੱਧਾ ਮਿੰਟ ਜੋ ਹੁਣ ਬੋਲ ਨਿਕਲ ਰਿਹਾ ਹੈ, ਪੂਰਬ ਜਨਮ ਦਾ ਹੈ। ਇਹ ਪੂਰਬ ਜਨਮ ਦਾ ਹੈ, ਭਾਵ ਪਿਛਲਾ ਬੀਤਿਆ ਹੋਇਆ ਸਮਾਂ। ਪਿਛਲਾ ਬੀਤਿਆ ਹੋਇਆ ਸਮਾਂ ਭਾਵ ਜਿਹੜਾ ਭੂਤਕਾਲ ਸਮਾਂ। ਸਮਾਂ ਭੂਤਕਾਲ ਜਿਹੜਾ ਚਲਾ ਗਿਆ ਹੈ, ਸਮਾਂ ਵਾਪਸ ਨਹੀਂ ਆ ਸਕਦਾ, ਜਿਹੜਾ ਉਹ ਹੈ ਪੂਰਵ ਜਨਮ, ਬੀਤਿਆ ਹੋਇਆ ਸਮਾਂ। ਪੂਰਵ ਜਨਮ ਬੀਤਿਆ ਹੋਇਆ ਸਮਾਂ। ਬੀਤਿਆ ਭਾਵ ਜਨਮ ਤੋਂ ਲੈ ਕੇ ਜੋ ਤੂੰ ਬੀਤੇ ਹੋਏ ਸਮੇਂ 'ਚ ਤੂੰ ਕੁਝ ਕੀਤਾ ਹੁੰਦਾ, ਇਹ ਕਰਮ ਭੂਮ। ਇਹ ਸਰੀਰ ਜਿਹੜਾ ਹੈ ਕਰਮ ਭੂਮੀ ਹੈ। ਇਹਦੇ ਨਾਲ ਤੂੰ ਕੰਮ ਕਰਨੇ ਸਨ, ਭਲੇ ਕੰਮ ਕਰਨੇ ਸਨ। ਤੂੰ ਅੱਛਾਈਆਂ ਕਰਨੀਆਂ ਸਨ, ਤੂੰ ਬੁਰਾਈਆਂ ਕੀਤੀਆਂ। ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ, ਭਲੇ ਕਰਮ ਕਰਨੇ ਸਨ। ਕਰਮ ਭੂਮੀ ਹੈ, ਇਹਦੇ 'ਚ ਬੀਜਣੇ ਸਨ। ਇਹ ਸਰੀਰ ਕਰਮ ਭੂਮੀ ਹੈ। ਤੇ ਕੀ ਕੀਤਾ ਹੈ ਤੂੰ? ਬੀਜ ਨਹੀਂ ਬੋਇਆ। ਤੂੰ ਬੀਤੇ ਸਮੇਂ 'ਚ, ਆਪਣੇ ਜੀਵਨ ਦੇ ਜਾ ਚੁੱਕੇ ਸਮੇਂ 'ਚ ਕੁਝ ਬੀਜ ਬੀਜਿਆ ਨਹੀਂ। ਕਿਹੜਾ ਬੀਜ? ਨਾਮ ਰੂਪੀ ਬੀਜ, ਪਰਮਾਤਮਾ ਦੇ ਗੁਣਾ ਰੂਪੀ ਬੀਜ ਨਹੀਂ ਬੋਇਆ। ਪਿਛਲੇ ਜਨਮ ਵਿੱਚ ਕੀਤੇ ਕਰਮਾਂ ਅਨੁਸਾਰ ਮਿਲੇ ਇਸ ਮਨੁੱਖਾ ਸਰੀਰ ਵਿੱਚ ਤੂੰ ਪ੍ਰਭੂ ਦਾ ਨਾਮ ਰੂਪ ਬੀਜ ਨਹੀਂ ਬੀਜਿਆ। ਇਸ ਕਰਕੇ ਤੂੰ ਹੁਣ ਵੀ ਲੋਭ 'ਚ ਲੱਗਾ ਹੈ। ਕਾਹੇ ਕੋ ਲੋਭ ਲਾਗੇ, ਰਤਨ ਜਨਮ, ਇੰਨਾ ਕੀਮਤੀ ਜਨਮ ਤੈਨੂੰ ਮਿਲਿਆ ਸੀ, ਤੂੰ ਗਵਾ ਲਿਆ। ਨਹੀਂ ਯਾਦ ਕਰ ਰਿਹਾ ਉਹ ਪਰਮੇਸ਼ਰ ਦੇ ਗੁਣਾਂ ਨੂੰ। ਸੋ ਕਬੀਰ ਜੀ ਦੱਸ ਰਹੇ ਹਨ ਕਿ ਬਾਰਕ ਤੇ ਬਿਰਧ ਭਇਆ, ਹੋਣਾ ਸੋ ਹੋਇਆ। ਉਸ ਪਰਮਾਤਮਾ ਨੇ ਤੈਨੂੰ ਸੋਹਣਾ ਬੱਚਾ ਬਣਾ ਕੇ, ਸੋਹਣਾ ਬੱਚਾ ਬਣਾ ਕੇ ਇੱਥੇ ਪੈਦਾ ਕੀਤਾ ਸੀ। ਅੱਖ, ਮੂੰਹ, ਨੱਕ, ਕੰਨ ਸਭ ਕੁਝ ਸਰੀਰ ਤੇ ਅੰਗ ਪੈਰ ਲਾਏ ਸਨ। ਬਿਰਧ ਹੋ ਗਿਆ ਹੈ, ਸਮਾਂ ਗਵਾ ਲਿਆ। ਹੁਣ ਉਮਰ ਆ ਗਈ ਹੈ, ਬਿਰਧ ਹੋ ਗਿਆ ਹੈ, ਸਮਾਂ ਗਵਾ ਲਿਆ। ਹੋਣਾ ਸੋ ਹੋਇਆ, ਜੋ ਤੂੰ ਕਰਨਾ ਸੀ ਕਰ ਲਿਆ ਇਸ ਉਮਰ ਦੇ ਸਮੇਂ ਵਿੱਚ। ਪਿਛਲਾ ਬੀਤਿਆ ਸਮਾਂ ਜਿਹੜਾ ਹੱਥ ਨਹੀਂ ਆਉਣਾ ਹੁਣ ਤੈਨੂੰ। ਹੋਣਾ ਸੋ ਹੋਇਆ ਭਾਵ ਤੇਰਾ ਸਮਾਂ ਬੀਤ ਚੁੱਕਾ, ਵਾਪਸ ਨਹੀਂ ਆਉਣਾ। ਹੁਣ ਤੇ ਜੋ ਹੋ ਗਿਆ ਹੋ ਗਿਆ।
ਬਾਰਕ ਤੇ ਬਿਰਦ ਪਿਆ, ਹੋਣਾ ਸੋ ਹੋਇਆ। ਜਾਂ ਜਮ ਆਏ ਝੂਠ ਪਕੜੈ, ਤਬੈ ਕਾਹੇ ਰੋਇਆ। ਹੁਣ ਜਿਸ ਵੇਲੇ ਜਮ ਸਿਰੋਂ ਆ ਫੜੇਗਾ, ਤਦੋਂ ਤਦੋਂ ਰੋਣ ਦਾ ਕੀ ਫਾਇਦਾ। ਤੂੰ ਕੀਤਾ ਤੇ ਕਰਮ ਆਪ, ਸਰੀਰ ਧਰਤੀ ਵਿੱਚ ਤੂੰ ਆਪ ਬੀਜਿਆ, ਮਾੜਾ ਕਰਮ ਬੀਜਿਆ ਚੰਗਾ ਬੀਜਿਆ, ਤੇਰਾ ਕਰਮ ਕੀਤਾ, ਹੁਣ ਰੋਣ ਦਾ ਕੀ ਲਾਭ। ਤਬੈ ਕਾਹੇ ਰੋਇਆ, ਹੁਣ ਕਿਉਂ ਰੋਂਦਾ ਹੈ। ਜਦੋਂ ਜੰਮ ਆ ਕੇ ਤੇਰੇ ਸਿਰ ਦੇ ਉੱਤੋਂ ਵਾਲਾਂ ਤੋਂ ਫੜ ਲਿਆ, ਪਾਵਲ ਜਾਣ ਵਾਸਤੇ ਤੈਨੂੰ ਆ ਗਿਆ, ਹੁਣ ਉਹ ਸਮਾਂ ਵਾਪਸ ਨਹੀਂ ਆਉਣਾ ਭਲਿਆ। ਹੁਣ ਉਹ ਤੂੰ ਰੋਣ ਦਾ ਕੋਈ ਫਾਇਦਾ ਨਹੀਂ ਪਾ। ਇਹ ਵਕਤ ਹੈ ਜਿਹੜਾ ਹੁਣ ਸੰਭਾਲ ਲੈ, ਅੱਜ ਨੂੰ ਸੰਭਾਲ ਲੈ, ਉਹ ਹੀ ਜ਼ਰੂਰੀ ਹੈ। ਹੁਣ ਕਬੀਰ ਜੀ ਅੱਗੇ ਹੋਰ ਜ਼ਿਕਰ ਕਰਦੇ ਹਨ, ਕਹਿੰਦੇ ਜੀਵਨੇ ਕੀ ਆਸ ਕਰੈ, ਜਮ ਨਿਹਾਰੈ ਸਾਸਾ। ਹੁਣ ਬੁੱਢਾ ਹੋ ਕੇ ਅਜੇ ਵੀ ਤੂੰ ਜਿਉਣ ਦੀਆਂ ਆਸਾਂ ਬਣਾ ਕੇ ਬੈਠਾ ਹੈ ਕਿ ਮੈਂ ਹੋਰ ਜਵਾਂ, ਮਰਾਂ ਨਾ, ਮਰਨਾ ਬੜਾ ਔਖਾ ਹੈ। ਹੁਣ ਇੱਕ ਤੈਨੂੰ ਜ਼ਿਕਰ ਕਰ ਦੇਵਾਂ, ਯਾਦ ਰੱਖਣਾ ਇੱਕ ਗੱਲ ਜ਼ਿੰਦਗੀ 'ਚ ਕੰਮ ਆਉਣ ਵਾਲੀ ਹੈ ਕਿ ਕੋਈ ਵੀ ਬੁੱਢਾ ਆਦਮੀ ਤੁਸੀਂ ਉਹਨੂੰ ਪੁੱਛਣਾ, ਤੁਹਾਨੂੰ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਉਹ ਪਿੱਛਾਂ ਦੀਆਂ ਗੱਲਾਂ ਸੁਣਾਏਗਾ, ਬਿਲਕੁਲ ਨਹੀਂ ਥੱਕੇਗਾ। ਪਿੱਛੇ ਬੀਤੇ ਹੋਏ ਸਮੇਂ ਦੀਆਂ ਗੱਲਾਂ ਸੁਣਾਏਗਾ, ਇੱਕ ਮਿੰਟ ਵੀ ਉਹ ਅੱਗੇ ਦੀ ਗੱਲ ਨਹੀਂ ਕਰੇਗਾ। ਪਿਛਲੇ ਸਮੇਂ ਦੀਆਂ ਗੱਲਾਂ ਸੁਣਾਉਂਦਾ ਰਹੇਗਾ, ਆਉਣ ਵਾਲੇ ਸਮੇਂ ਦੀ ਗੱਲ ਨਹੀਂ ਕਰੇਗਾ। ਕਿਉਂ ਨਹੀਂ ਕਰੇਗਾ? ਕਿਉਂਕਿ ਅੱਗੇ ਮੌਤ ਨਜ਼ਰ ਆਉਂਦੀ ਹੈ। ਯਾਦ ਰੱਖ ਲੈਣਾ, ਅੱਗੇ ਜਿਹਨੇ ਅੱਗਾ ਸੁਧਾਰ ਲਿਆ, ਜਿਹੜਾ ਅੱਗਾ ਨੂੰ ਵੇਖਦਾ ਹੈ ਤੇ ਉਹ ਫਿਰ ਉਹਨੂੰ ਰੱਬ ਚੇਤੇ ਆਉਂਦਾ। ਹੁਣ ਜਿਹੜਾ ਬੰਦਾ ਪਾਸਟ ਟਾਈਮ ਦੀਆਂ ਗੱਲਾਂ ਕਰਦਾ ਹੈ, ਉਹਨੂੰ ਮੌਤ ਬਹੁਤ ਦੁਖੀ ਕਰਦੀ ਹੈ, ਉਹ ਪਰੇਸ਼ਾਨ ਹੁੰਦਾ। ਇੱਥੇ ਕਬੀਰ ਜੀ ਕਹਿੰਦੇ ਹਨ, ਜੀਵਨੈ ਕੀ ਆਸ ਕਰੈ, ਜਮ ਨਿਹਾਰੈ ਸਾਸਾ। ਜਮ ਤੇ ਤੇਰੇ ਸਾਹ ਗਿਣਦਾ ਪਿਆ ਹੈ ਬਈ ਤੇਰਾ ਕਦੋਂ ਸਮਾਂ ਆ ਜਾਣਾ ਹੈ, ਤੇ ਤੂੰ ਹਾਲੀ ਸੋਚਣਾ ਪਿਆ ਕਿ ਮੈਂ ਹਾਲੀ ਹੋਰ ਜਿਉਣਾ, ਮਰਾਂ ਨਾ। ਤੇ ਕਬੀਰ ਜੀ ਕਹਿੰਦੇ, ਬਾਜੀ ਗਿਰੀ ਸੰਸਾਰ ਕਬੀਰਾ, ਚੇਤ ਢਾਲ ਪਾਸਾ। ਬਾਜੀਗਿਰੀ ਦਾ ਮਤਲਬ ਨੱਟ ਦੀ ਖੇਡ, ਜਿਵੇਂ ਖੇਡ ਖੇਡੀ ਦੀ ਹੈ ਨੱਟ ਦੀ, ਇੱਥੇ ਸੰਸਾਰ ਵੀ ਉਸੇ ਤਰ੍ਹਾਂ ਹੈ। ਭਾਵ ਇਹ ਹੋਇਆ ਕਿ ਬਾਜੀਗਿਰੀ ਸੰਸਾਰ ਕਬੀਰਾ, ਇਹ ਜਗਤ ਦੀ ਖੇਡ ਹੀ ਹੈ। ਸੰਸਾਰ ਜਿਹੜਾ ਹੈ, ਇਸ ਖੇਡ ਵਿੱਚ ਜਿੱਤਣ ਲਈ ਪ੍ਰਭੂ ਦੀ ਯਾਦ ਦਾ ਪਾਸਾ ਸੁੱਟ। ਭਾਵ ਜ਼ਿੰਦਗੀ ਦੇ ਵਿੱਚ ਤੂੰ ਉਸ ਪ੍ਰਭੂ ਦੀ ਯਾਦ ਦੀ ਖੇਡ ਖੇਡਿਆ ਕਰ। ਤੂੰ ਜ਼ਿੰਦਗੀ ਵਿੱਚ ਖੇਡ ਰਿਹਾ ਹੈ, ਭਾਵ ਜ਼ਿੰਦਗੀ ਵਿੱਚ ਜੀਵਨ ਜਿਉਣ ਲੱਗਿਆ ਤੂੰ ਪਰਮੇਸ਼ਰ ਦੇ ਨੂੰ ਨਾ ਭੁਲਾਇਆ ਕਰ। ਬਾਜੀ ਗਿਰੀ ਸੰਸਾਰ ਕਬੀਰਾ, ਚੇਤ ਦਾ ਮਤਲਬ ਯਾਦ ਰੱਖ ਉਸ ਪਰਮਾਤਮਾ ਨੂੰ। ਢਾਲ ਪਾਸਾ ਮਤਲਬ ਖੇਡ ਇਹੋ ਜਿਹੀ ਖੇਡ ਖੇਡਿਆ ਕਰ ਕਿ ਪਰਮੇਸ਼ਰ ਚੇਤਾ ਰਹੇ। ਪਰਮੇਸ਼ਰ ਨੂੰ ਭੁੱਲਣਾ ਨਹੀਂ ਚਾਹੀਦਾ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੂਪ। ਸੋ ਇੱਥੇ ਹੀ ਇੰਨੇ ਹੀ ਬਚਨ ਗੁਰੂ ਸਾਹਿਬ ਨੇ ਬਖਸ਼ੇ ਹਨ, ਜਿਨ੍ਹਾਂ ਉਹਨਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ। ਗੁਰੂ ਬਖਸ਼ਿਸ਼ ਕਰੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।